बिस्मिल्लाहिर्रहमानिर्रहीम। दोस्तों, खबर है पाकिस्तान मुस्लिम लीग नून ਦੇ ਹਵਾਲੇ ਨਾਲ ਔਰ ਉਸ ਖਬਰ ਦੇ ਨਾਲ ਕਈ ਹੋਰ ਮਾਮਲਾ ਜੁੜੇ ਹੋਏ ਨੇ। ਇੱਕ ਜਿਹੜਾ ਮਾਮਲਾ ਹੈ ਉਹ ਤਾਂ ਅਸੀਂ ਇਸ ਵਲੌਗ ਦੇ ਵਿੱਚ ਕਰਾਂਗੇ ਔਰ ਦੂਸਰਾ ਜਿਹੜਾ ਮਾਮਲਾ ਹੈ ਉਹਦੇ ਵਾਸਤੇ ਤੁਹਾਨੂੰ ਦੂਸਰੇ ਮੇਰਾ ਇਸ ਤੋਂ ਬਾਅਦ ਇੱਕ ਵਲੌਗ ਆ ਰਿਹਾ ਹੈ, ਉਹਦੇ ਇੰਤਜ਼ਾਰ ਕਰਨਾ ਪਏਗਾ। ਇਸ ਵਲੌਗ ਦੇ ਵਿੱਚ ਅਸੀਂ ਗੱਲ ਇਹ ਕਰਾਂਗੇ ਕਿ ਮੁਸਲਿਮ ਲੀਗ ਨੂਨ ਦੇ ਪੰਜਾਬ ਦੇ ਜਿਹੜੇ ਸਦਰ ਨੇ ਰਾਣਾ ਸਨਾਉल्ला, ਉਹਨਾਂ ਨੇ ਕਿਹਾ ਹੈ ਕਿ ਜਨਾਬ ਨਵਾਜ਼ ਸ਼ਰੀਫ ਸਾਹਿਬ ਨੂੰ ਦੁਬਾਰਾ ਪਾਰਟੀ ਦਾ ਸਦਰ ਬਣਾਉਣ ਦੀ ਪਾਰਟੀ ਰਿਕੁਐਸਟ ਕਰੇਗੀ। ਉਹਦੀ ਵਜ੍ਹਾ ਇਹ ਵੇ ਕਿ ਪਾਰਟੀ ਇੰਤਸ਼ਾਰ ਦਾ ਸ਼ਿਕਾਰ ਹੈ। ਪਾਰਟੀ ਦੇ ਵਿੱਚ ਜੋ ਅਗਰਚੇ ਡਿਸੀਜਨ ਜਿਹੜੇ ਹੈਗੇ ਨੇ ਉਹ ਨਵਾਜ਼ ਸ਼ਰੀਫ ਦੀ ਮਰਜ਼ੀ ਦੇ ਮੁਤਾਬਕ ਹੀ ਕੀਤੇ ਜਾ ਰਹੇ ਨੇ ਔਰ ਸ਼ਹਿਬਾਜ਼ ਸ਼ਰੀਫ ਦੇ ਫੈਸਲਿਆਂ ਨੂੰ ਤਾਇਦ ਹਾਸਿਲ ਹੈ ਮੀਆਂ ਨਵਾਜ਼ ਸ਼ਰੀਫ ਦੀ। ਲੇਕਿਨ ਇਹ ਚੂੰਕਿ ਉਹਨਾਂ ਨੇ ਕਿਹਾ ਕਿ ਅਦਾਲਤ ਨੇ ਇੱਕ ਗੈਰ ਮੁਨਸਿਫਾਨਾ ਫੈਸਲੇ ਦੇ ਜ਼ਰੀਏ ਉਹਨਾਂ ਨੂੰ ਪਾਰਟੀ ਦੇ ਸਦਾਰਤ ਤੋਂ ਹਟਾਇਆ ਸੀ, ਇਸ ਵਾਸਤੇ ਉਹਨਾਂ ਨੂੰ ਸਦਰ ਬਣਨ ਦੀ ਦੁਬਾਰਾ ਰਿਕੁਐਸਟ ਕਰੇਗੀ ਪਾਰਟੀ। ਇਹ ਰਾਣਾ ਸਨਾਉल्ला ਨੇ ਕਿਹਾ। ਲੇਕਿਨ ਇਹਦੇ ਨਾਲ ਕੋਈ ਦੋ ਤਿੰਨ ਹੋਰ ਆਵਾਜ਼ਾਂ ਨੇ ਪਾਰਟੀ ਦੇ ਅੰਦਰ, ਮਤਲਬ ਸਾਦ ਰਫੀਕ ਦੀ ਆਵਾਜ਼ ਹੈ, ਮੀਆਂ ਜਵੇਦ ਲਤੀਫ ਦੀ ਆਵਾਜ਼ ਹੈ, ਕੁਝ ਹੋਰ ਛੋਟੇ ਲੀਡਰ ਨੇ, ਕੋਈ ਸੂਬਾਈ ਸਤ੍ਹਾ ਦੇ ਲੋਕ ਨੇ। ਉਹ ਇੱਕ ਗਰੁੱਪਿੰਗ ਵਾਜ਼ੇ ਨਜ਼ਰ ਆਉਂਦੀ। ਇਹ ਉਹ ਲੋਕ ਨੇ ਜਿਹੜੇ ਇਲੈਕਸ਼ਨਸ ਦੇ ਵਿੱਚ ਹਾਰੇ ਨੇ ਔਰ ਇਹਨਾਂ ਦਾ ਖਿਆਲ ਹੈ ਕਿ ਇਹਨਾਂ ਨੂੰ ਸਟੈਬਲਿਸ਼ਮੈਂਟ ਨੇ ਹਰਾਇਆ ਔਰ ਇਸ ਵਾਸਤੇ ਹਰਾਇਆ ਕਿ ਨਵਾਜ਼ ਸ਼ਰੀਫ ਨੂੰ ਪਾਰਲੀਮੈਂਟ ਦੇ ਵਿੱਚ ਗੈਰ ਮੌਸਰ ਕੀਤਾ ਜਾਵੇ ਇਹਨਾਂ ਦੇ ਧੜੇ ਨੂੰ। ਇਸ ਵਾਸਤੇ ਇਹ ਧੜਾ ਹੁਣ ਇਕੱਠਾ ਹੋ ਕੇ ਸਮਝਦਾ ਕਿ ਸ਼ਹਿਬਾਜ਼ ਸ਼ਰੀਫ ਜਿਹੜੇ ਨੇ ਉਹ ਇਹਨਾਂ ਨੂੰ ਪ੍ਰੋਟੈਕਟ ਨਹੀਂ ਕਰ ਸਕੇ ਔਰ ਇਹਨਾਂ ਦੇ ਸਿਆਸੀ ਕੈਰੀਅਰ ਦੇ ਵਿੱਚ ਕੋਈ ਫਾਇਦੇਮੰਦ ਨਹੀਂ ਸਾਬਤ ਹੋਏ ਔਰ ਇਹ ਸ਼ਹਿਬਾਜ਼ ਸ਼ਰੀਫ ਦੀ ਵਜ੍ਹਾ ਨਾਲ ਇਹਨਾਂ ਦੀ ਸਿਆਸਤ ਜਿਹੜੀ ਹੈ ਇਸ ਆਮ ਇਲੈਕਸ਼ਨ ਦੇ ਵਿੱਚ ਉਹਨੂੰ ਧੱਕਾ ਪਹੁੰਚਿਆ। ਇਸ ਵਾਸਤੇ ਇਹ ਹੁਣ ਪੂਰਾ ਜ਼ੋਰ ਲਾ ਰਿਹਾ ਐਸਾ ਧੜਾ ਜਿਹੜੇ ਹਾਰੇ ਨੇ ਕਿ ਨਵਾਜ਼ ਸ਼ਰੀਫ ਨੂੰ ਦੁਬਾਰਾ ਸਦਰ ਬਣਾਇਆ ਜਾਵੇ ਪਾਰਟੀ ਦਾ ਔਰ ਫਿਰ ਉਹ ਆਪਣੀ ਮਰਜ਼ੀ ਦੇ ਵਿੱਚ ਨਾਲ ਪਾਰਟੀ ਦੇ ਮੁਖਤਲਿਫ ਅਹੁਦੇਦਾਰ ਜਿਹੜੇ ਨੇ ਮੁਕਰਰ ਕਰਨ ਔਰ ਇਹ ਲੋਕ ਦੁਬਾਰਾ ਕਿਤੇ ਨਾ ਕਿਤੇ ਐਡਜਸਟ ਹੋਣ। ਨਵਾਜ਼ ਸ਼ਰੀਫ ਤਾਕਤ ਫੜਨਗੇ ਤਾਂ ਜ਼ਾਹਿਰ ਹੈ ਆਪਣੇ ਜਿਹੜੇ ਹਾਮੀ ਨੇ ਉਹਨਾਂ ਨੂੰ ਵੀ ਕਿਸੇ ਪੋਜੀਸ਼ਨ ਦੇ ਵਿੱਚ ਲੈ ਕੇ ਆਉਣਗੇ, ਸੈਨੇਟਰ ਬਣਾਉਣਗੇ, ਮਸ਼ੀਰ ਬਣਾਉਣਗੇ, ਵਜ਼ੀਰ ਬਣਾਉਣਗੇ, ਕੋਈ ਕਿਸੇ ਵੀ ਸ਼ਕਲ ਦੇ ਵਿੱਚ। ਅਤੇ ਇਹ ਇੱਕ ਹੋ ਰਿਹਾ। ਇਹਦੇ ਨਾਲ ਇੱਕ ਤਾਸੁਰ ਆਇਆ ਹੈ। ਤਾਸੁਰ ਇਹ ਆਇਆ ਵੇ ਕਿ ਮੁਸਲਿਮ ਲੀਗ ਨੂਨ ਮੈਨੂੰ ਲੱਗਦਾ ਕਿ ਤਿੰਨ ਧੜਿਆਂ ਦੇ ਵਿੱਚ ਥੋੜ੍ਹੇ ਅਰਸੇ ਬਾਅਦ ਵੰਡੀ ਜਾਏਗੀ। ਇੱਕ ਧੜਾ ਤਾਂ ਜ਼ਾਹਿਰ ਹੈ ਉਹ ਨਵਾਜ਼ ਸ਼ਰੀਫ ਦੇ ਔਰ ਉਹਨਾਂ ਦੇ ਜਿਹੜੇ ਇਹ ਵਾਲੇ ਸਾਥੀ ਨੇ ਉਹਨਾਂ ਦੇ ਹਵਾਲੇ ਨਾਲ ਹੋਵੇਗਾ। ਦੂਸਰਾ ਧੜਾ ਹੋਵੇਗਾ ਜਿਹੜੇ ਖੁਦ ਨੂੰ ਅਮਲੀਅਤ ਪਸੰਦ ਕਹਿੰਦੇ ਨੇ, ਸ਼ਹਿਬਾਜ਼ ਸ਼ਰੀਫ ਔਰ ਉਹਨਾਂ ਦੇ ਦੋਸਤ, ਉਹਦੇ ਵਿੱਚ ਬਿਊਰੋਕਰੇਟ ਵੀ ਸ਼ਾਮਿਲ ਨੇ। ਐਸੇ ਲੋਕ ਨੇ ਜਿਹੜੇ ਪਾਰਟੀ ਦੇ ਰੈਂਕਸ ਦੇ ਵਿੱਚ ਉਸ ਤਰ੍ਹਾਂ ਨਹੀਂ ਹੈਗੇ ਐਕਟਿਵ, ਲੇਕਿਨ ਕੰਮਾਂ ਦੇ ਔਰ ਕੁਝ ਮਾਮਲਾ ਦੇ ਵਿੱਚ ਮਹਾਰਤ ਦੀ ਵਜ੍ਹਾ ਨਾਲ ਉਹ ਪਾਰਟੀ ਵਾਸਤੇ ਫਾਇਦੇਮੰਦ ਰਹੇ ਨੇ। ਅਤੇ ਉਹ ਸਾਰੇ ਲੋਕ ਜਿਹੜੇ ਨੇ ਉਹ ਸ਼ਹਿਬਾਜ਼ ਸ਼ਰੀਫ ਦੇ ਨਾਲ ਉਹਨਾਂ ਦੇ ਕਰੀਬ ਨੇ, ਉਹਨਾਂ ਵਾਸਤੇ ਲਾਏ ਲਏ ਗਏ ਨੇ। ਅਤੇ ਤੀਸਰਾ ਜਿਹੜਾ ਧੜਾ ਹੈ ਉਹ ਚੂੰਕਿ ਪਹਿਲੇ ਤੋਂ ਅਨਾਊਂਸ ਹੋ ਚੁੱਕਿਆ ਔਰ ਸ਼ਾਹਿਦ ਖਾਕਾਨ ਅਬਾਸੀ ਸਾਹਿਬ ਬਾਰ-ਬਾਰ ਕਹਿ ਰਹੇ ਨੇ ਕਿ ਮੈਂ ਜਲਦੀ ਇੱਕ ਪਾਰਟੀ ਲਾਂਚ ਕਰ ਰਿਹਾ, ਨਵੀਂ ਪਾਰਟੀ ਲਾਂਚ ਕਰ ਰਿਹਾ ਔਰ ਉਹਦੇ ਵਿੱਚ ਲੋਕ ਹੋਣਗੇ ਸ਼ਾਮਿਲ ਜਿਹੜੇ ਮੌਜੂਦਾ ਸੂਰਤ ਹਾਲ ਤੋਂ ਬੇਜ਼ਾਰ ਨੇ ਔਰ ਇੱਕ ਮੁਸਬਤ ਰੋਲ ਅਦਾ ਕਰਨਾ ਚਾਹੁੰਦੇ ਨੇ ਸਿਆਸਤ ਦੇ ਵਿੱਚ। ਅਤੇ ਸਾਨੂੰ ਨਜ਼ਰ ਵੀ ਆਉਂਦਾ ਕੁਝ ਲੋਕ ਨੇ ਜਿਹੜੇ ਚਾਹੁੰਦੇ ਨੇ ਕਿ ਸਿਆਸਤ ਦੇ ਵਿੱਚ ਜਿਹੜੀ ਦੁਸ਼ਮਣੀ ਦਾ ਅੰਸਰ ਹੈ, ਜਿਹੜਾ ਖਾਮਖਾਹ ਦੀ ਕਸ਼ੀਦਗੀ ਹੈ ਔਰ ਜਿਹੜਾ ਗੈਰ ਦਾਨਿਸ਼ਮੰਦਾਨਾ ਬਿਆਨਾਤ ਦਾ ਸਿਲਸਿਲਾ ਇਹ ਸਾਰਾ ਖਤਮ ਹੋਵੇ ਅਤੇ ਕੌਮੀ ਏਜੰਡੇ ਨੂੰ ਸਾਹਮਣੇ ਰੱਖ ਕੇ ਜਿਹੜੇ ਸਿਆਸਤਦਾਨ ਨੇ ਉਹ ਆਪਣਾ ਲਾਹੇ ਅਮਲ ਤੈਅ ਕਰਨ। ਅਤੇ ਉਹ ਜਿਹੜੇ ਲੋਕ ਨੇ ਉਹ ਜ਼ਾਹਿਰ ਕਿੱਥੇ ਜਾਣਗੇ। ਸ਼ਾਹਿਦ ਖਾਕਾਨ ਅਬਾਸੀ ਨੇ ਸਾਰੀ ਜ਼ਿੰਦਗੀ ਸਿਆਸਤ ਕੀਤੀ ਮੁਸਲਿਮ ਲੀਗ ਨੂਨ ਦੀ, ਅਤੇ ਉਹਨਾਂ ਦੇ ਜਿਹੜੇ ਹਾਮੀ ਨੇ ਉਹ ਔਰ ਉਹਨਾਂ ਦੇ ਸਾਥੀ ਉਹ ਇਸੇ ਜਮਾਤ 'ਚ ਹੀ ਹੋਣਗੇ ਨਾ। ਇੱਥੇ ਹੀ ਉਹਨਾਂ ਨਾਲ ਰਾਬਤੇ ਬਾਕੀ ਜਮਾਤਾਂ ਦੇ ਵਿੱਚੋਂ ਵੀ ਹੋ ਸਕਦਾ ਲੋਕ ਆਉਣ, ਲੇਕਿਨ ਉਹ ਨਜ਼ਰ ਇਹ ਆ ਰਿਹਾ ਕਿ ਇਸੇ ਜਮਾਤ ਦੇ ਵਿੱਚੋਂ ਹੀ ਲੋਕ ਕੁਝ ਟੁੱਟ ਕੇ ਉਹਨਾਂ ਕੋਲ ਜਾਣਗੇ ਔਰ ਇਸ ਤਰ੍ਹਾਂ ਇਹ ਜਮਾਤ ਤਿੰਨ ਧੜਿਆਂ ਦੇ ਵਿੱਚ ਜਦੋਂ ਵੰਡੀ ਜਾਏਗੀ ਅਤੇ ਇਹਦਾ ਨਤੀਜਾ ਕੀ ਨਿਕਲੇਗਾ? ਇਹਦਾ ਨਤੀਜਾ ਇਹ ਨਿਕਲੇਗਾ ਕਿ ਇਹ ਪਾਰਟੀ ਵੀ ਕਮਜ਼ੋਰ ਹੋ ਜਾਏਗੀ। ਇਸ ਪਾਰਟੀ ਨੂੰ ਜਿਹਦੇ ਬਾਰੇ ਇਹ ਤਾਸੁਰ ਹੈ ਕਿ ਮੀਆਂ ਨਵਾਜ਼ ਸ਼ਰੀਫ ਨੇ ਉਹਨੂੰ ਕਾਬੂ ਕੀਤਾ ਹੈ ਔਰ ਮੀਆਂ ਨਵਾਜ਼ ਸ਼ਰੀਫ ਜਿਹੜੀ ਇੱਕ ਅਰਸੇ ਤੱਕ ਤਾਸੁਰ ਦਿੱਤਾ ਜਾਂਦਾ ਰਿਹਾ ਕਿ ਮੀਆਂ ਨਵਾਜ਼ ਸ਼ਰੀਫ ਚੂੰਕਿ ਪਿਛਲੇ ਇਲੈਕਸ਼ਨ ਦੇ ਵਿੱਚ ਕੰਪੇਨ ਨਹੀਂ ਸੀ ਕੀਤੀ ਅਤੇ ਇਸ ਵਾਸਤੇ 2018 ਦੇ ਇਲੈਕਸ਼ਨ 'ਚ ਪਾਰਟੀ ਹਾਰੀ ਅਤੇ ਐਤਕੀ ਇਹਨਾਂ ਨੇ ਬੜੇ ਮਿੰਨਤ ਤਰਲਾ ਕਰਕੇ ਜਾਂ ਡੀਲ ਕਰਕੇ ਜਿਸ ਤਰ੍ਹਾਂ ਵੀ ਮੀਆਂ ਨਵਾਜ਼ ਸ਼ਰੀਫ ਨੂੰ ਇਲੈਕਸ਼ਨ ਕੰਪੇਨ 'ਚ ਲਿਆਂਦਾ, ਉਹਨਾਂ ਨੇ ਕੰਪੇਨ ਕੀਤੀ ਵੀ ਔਰ ਬੜੀ
ਦੂਸਰਿਆਂ ਨਾਲੋਂ ਜ਼ਿਆਦਾ ਉਹਨਾਂ ਨੂੰ ਮੌਕਾ ਮਿਲਿਆ ਕੰਪੇਨ ਕਰਨ ਦਾ, ਲੋਕਾਂ ਨਾਲ ਰਾਬਤਾ ਕਰਨ ਦਾ, ਉਹਦੇ ਬਾਵਜੂਦ ਪਾਰਟੀ ਹਾਰੀ। ਅਤੇ ਉਹ ਵਾਲੀ ਮਿੱਥ ਤਾਂ ਟੁੱਟ ਗਈ, ਜਿਹੜੀ ਕਿਹਾ ਜਾਂਦਾ ਸੀ ਕਿ ਨਵਾਜ਼ ਸ਼ਰੀਫ ਹੋਣਗੇ ਅਤੇ ਪਾਰਟੀ ਜਿੱਤ ਜਾਏਗੀ। ਉਹ ਤਾਂ ਨਹੀਂ ਜਿੱਤ ਸਕੀ। ਔਰ ਜਿਸ ਤਰ੍ਹਾਂ ਪਾਰਟੀ ਜਿੱਤੀ ਸਾਦਾ ਅਕਸਰੀਅਤ ਨਾਲ, ਔਰ ਉਹਨੂੰ ਕਿਸ ਤਰ੍ਹਾਂ ਨਸ਼ਿਸਤਾਂ ਮਿਲੀਆਂ, ਇਹ ਹੁਣ ਕੋਈ ਰਾਜ਼ ਦੀ ਗੱਲ ਤਾਂ ਰਹਿ ਨਹੀਂ ਗਈ। ਅੱਛਾ, ਇਹ ਸਾਰਾ ਮੰਜ਼ਰਨਾਮਾ ਹੈ ਕਿ ਪਾਰਟੀ ਦੇ ਤੌਰ 'ਤੇ ਤਾਂ ਮੁਸਲਿਮ ਲੀਗ ਨੂਨ ਕਮਜ਼ੋਰ ਹੋ ਰਹੀ। ਸਿਆਣੇ ਇਹ ਕਹਿੰਦੇ ਨੇ ਕਿ ਸ਼ਾਇਦ ਇਹ ਇਕਤਦਾਰ ਦਾ ਇਹਦਾ ਆਖਰੀ ਮੌਕਾ ਹੈ ਇਸ ਪਾਰਟੀ ਦਾ, ਅਤੇ ਲੱਗ ਤਾਂ ਮੈਨੂੰ ਵੀ ਇੰਝ ਹੀ ਰਿਹਾ ਕਿ ਆਖਰੀ ਮੌਕਾ ਹੈ। ਲੇਕਿਨ ਇਹ ਪਹਿਲੀ ਵਾਰ ਨਹੀਂ ਕਿ ਮੁਸਲਿਮ ਲੀਗ ਨੂਨ ਬਾਰੇ ਆਇਆ ਕਿ ਆਖਰੀ ਮੌਕਾ ਹੈ, ਔਰ ਉਸ ਤੋਂ ਬਾਅਦ ਉਹ ਫੇਰ ਆ ਗਈ। ਇਸ ਵਾਸਤੇ ਕਿ ਇਹ ਇੱਕ ਉਹਦੀ ਸਲਾਹੀਅਤ ਹੈਗੀ ਇਸ ਪਾਰਟੀ ਦੇ ਵਿੱਚ ਕਿ ਉਹ ਦੁਬਾਰਾ ਵਾਪਸ ਆ ਜਾਂਦੀ। ਔਰ ਦੁਬਾਰਾ ਕਿਸ ਤਰ੍ਹਾਂ ਵਾਪਸ ਆਉਂਦੀ ਕਿ ਮੁਲਕੀ ਹਾਲਾਤ ਸਾਡੇ ਜਿਹੜੇ ਨੇ ਉਹ ਹਮੇਸ਼ਾ ਕੰਪਰੋਮਾਈਜ਼ ਵਾਸਤੇ ਰਹਿੰਦੇ ਨੇ, ਅਤੇ ਇਹ ਪਾਰਟੀ ਕੰਪਰੋਮਾਈਜ਼ ਕਰ ਲੈਂਦੀ ਔਰ ਵਾਪਸ ਆ ਜਾਂਦੀ। ਫਿਰ ਇਹਨਾਂ ਨੇ ਇਸ ਤੋਂ ਪਹਿਲੇ ਵੇਖਿਆ ਗਿਆ ਕਿ ਆਪਣੀ ਜਿਹੜੀ ਬੇਸ ਹੈ ਪੰਜਾਬ, ਉਹ ਨਹੀਂ ਸੀ ਛੱਡੀ। ਲੇਕਿਨ ਇਸ ਦਫਾ ਇਹ ਵੇ ਕਿ ਪੰਜਾਬ 'ਚੋਂ ਇਹਨਾਂ ਨੂੰ ਚੈਲੰਜ, ਪੰਜਾਬ ਦੇ ਵਿੱਚ ਫਿਰ ਇਲੈਕਸ਼ਨ ਜਦੋਂ ਵੀ ਹੋਵੇ ਇਹ ਪਾਰਟੀ ਤਾਂ ਨਹੀਂ ਜਿੱਤਦੀ, ਉਦੋਂ ਇਹ ਵਾਜ਼ਿਹ ਹੋਇਆ। ਔਰ ਮਰੀਮ ਨਵਾਜ਼ ਜਿਹੜੀ ਗਵਰਨਮੈਂਟ ਕਰ ਰਹੇ ਨੇ, ਇਹਦੇ ਬਾਰੇ ਇਸ ਤੋਂ ਜ਼ਿਆਦਾ ਕੀ ਤਬਸਰਾ ਕੀਤਾ ਜਾਂਦਾ ਹੈ ਕਿ ਨਾ ਤਾਂ ਬਿਊਰੋਕ੍ਰੇਸੀ ਉਹਨਾਂ ਦੀ ਗੱਲ ਸੁਣਨ ਲਈ, ਅਤੇ ਨਾ ਹੀ ਉਹਨਾਂ ਦੇ ਸਾਥੀ ਗੱਲ ਸੁਣਦੇ ਨੇ। ਇਸੇ ਵਾਸਤੇ ਉਹਨਾਂ ਨੇ ਐਸੇ ਨਾ ਤਜਰਬਾਕਾਰ ਔਰ ਨੌਜਵਾਨ ਵਜ਼ੀਰ ਬਣਾਏ ਨੇ ਜਿਨ੍ਹਾਂ ਨਾਲ ਉਹ ਗੱਲ ਕਰ ਸਕਣ, ਜਾਂ ਜਿਨ੍ਹਾਂ ਦੇ ਉੱਤੇ ਉਹ ਜਿਨ੍ਹਾਂ ਨੂੰ ਹੁਕਮ ਦੇ ਸਕਣ ਔਰ ਇਹ ਕੰਫਰਟ ਮਹਿਸੂਸ ਕਰਨ ਹੁਕਮ ਦੇਣ ਲੱਗਿਆ। ਅਤੇ ਇਹ ਸੂਰਤ ਹਾਲ ਹੈ ਜਨਾਬ। ਇਹ ਨਵੀਂ ਪਾਰਟੀ ਕਿਸ ਤਰ੍ਹਾਂ ਬੈਠੇਗੀ, ਕਿਸ ਰੁਖ ਦੇ ਉੱਤੇ ਕੰਮ ਕਰੇਗੀ, ਔਰ ਨੂਨ ਲੀਗ ਦੀ ਵਿੱਚੋਂ ਸ਼ਕਲ ਕੀ ਨਿਕਲੇਗੀ, ਇਹਦਾ ਮੁਲਕੀ ਸਿਆਸਤ ਦੇ ਉੱਤੇ ਬੜਾ ਅਸਰ ਪਵੇਗਾ। ਕਿਉਂਕਿ ਪਾਕਿਸਤਾਨ ਦੀ ਪਹਿਲੇ ਵੀ ਜਿਹੜੀ ਫੈਡਰਲ ਜਮਾਤਾਂ ਨੇ, ਜਾਂ ਜਿਹੜੀਆਂ ਜਮਾਤਾਂ ਦਾ ਚਾਰੇ ਸੂਬਿਆਂ 'ਚ ਪਤਾ ਲੱਗਦਾ ਸੀ ਕਿ ਕੋਈ ਕਿਰਦਾਰ ਹੈਗਾ, ਉਹ ਆਪਣਾ ਆਪਣਾ ਕਿਰਦਾਰ ਖੋ ਚੁੱਕੀਆਂ ਨੇ। ਪੀਪਲਜ਼ ਪਾਰਟੀ ਜਿਹੜੀ ਉਹ ਫੈਡਰਲ ਜਮਾਤ ਹੁਣ ਨਹੀਂ ਰਹਿ ਗਈ। ਉਹਦੇ ਜਿਹੜੇ ਪਹਿਲੇ ਵੋਟ ਸਾਰੇ ਸੂਬਿਆਂ 'ਚ ਹੁੰਦੇ ਸੀ, ਹੁਣ ਉਹ ਨਜ਼ਰ ਨਹੀਂ ਆਉਂਦੇ। ਉਹ ਸਿਰਫ ਸਿੰਧ ਤੱਕ ਮਹਿਦੂਦ ਰਹਿ ਗਈ। ਬਾਕੀ 1 2 4 ਸੀਟਾਂ ਉਹਨੂੰ ਮਿਲਦੀਆਂ ਨੇ ਕਿਸੇ ਦੂਸਰੇ ਸੂਬੇ ਦੇ ਵਿੱਚ। ਤਹਿਰੀਕ ਇਨਸਾਫ ਇੱਕ ਫੈਡਰਲ ਜਮਾਤ ਹੈਗੀ, ਲੇਕਿਨ ਜਿਸ ਤਰ੍ਹਾਂ ਦੇ ਦੌਰ 'ਚੋਂ ਗੁਜ਼ਰ ਰਹੀ, ਉਹ ਉਸ ਤੋਂ ਨਿਕਲੇਗੀ ਤਾਂ ਫਿਰ ਕੋਈ ਕਿਰਦਾਰ ਅਦਾ ਕਰ ਸਕੇਗੀ। ਅਤੇ ਦੂਸਰੀ ਜਮਾਤ ਜਿਹੜੀ ਇਹ ਨੂਨ ਲੀਗ, ਉਹਦਾ ਵੀ ਅਸੀਂ ਵੇਖ ਲਿਆ ਕਿ ਉਹ ਪਹਿਲੇ ਪੰਜਾਬ ਤੱਕ ਮਹਿਦੂਦ ਸੀ, ਹੁਣ ਪੰਜਾਬ ਤੋਂ ਵੀ ਇਹ ਪਿੱਛੇ ਹਟ ਰਹੀ। ਅਤੇ ਇਹਦੇ ਤੋਂ ਇੱਕ ਸਬਕ ਵੀ ਮਿਲਿਆ ਜੇ। ਸਬਕ ਇਹ ਵੇ ਕਿ ਜਿਹੜੀ ਜਮਾਤ ਐਸਟੈਬਲਿਸ਼ਮੈਂਟ ਦੀ ਟੀਮ ਬਣ ਕੇ ਕੰਮ ਕਰੇਗੀ, ਉਹ ਫੈਡਰਲ ਜਮਾਤ ਨਹੀਂ ਰਹੇਗੀ। ਇਹਦੀ ਤਸ਼ਰੀਹ ਹੁਣ ਜਿੰਨੇ ਕਰਨੀ, ਜਿਸ ਤਰ੍ਹਾਂ ਕਰਨੀ, ਤਾਰੀਖ ਦੇ ਵਾਲੇ ਸੋਚ ਕੇ ਜ਼ਰਾ ਆਪੇ ਕਰ ਲਿਆ ਜਾਏ।